अस्सलाम वालेकुम जी। मेरा नाम बशीर ते उम्मीद करदा तुस सारे ठीक ठाक होवोगे। अच्छा जी, मेरे जिन्ने भी नਵੇਂ बकरी पाल वीर आ, जिथे जिथे मेरी वीडियो देखते आ, जिथों जिथों सुनते आ, मैनू पसंद करते आ, मेरे गल्लां ते यकीन रखते आ, ते ਉਹ ਮੇਰੇ ਵੀਰਾਂ ਲਈ ਇਹ ਵੀਡੀਓ ਆ। ਨਵੇਂ ਬੱਕਰੀ ਫਾਰਮਿੰਗ ਦੇ ਵਿੱਚ ਆਏ ਆ, ਲੇਕਿਨ ਕੁਝ ਗਲਤੀਆਂ ਐਸੀਆਂ ਕਰ ਜਾਂਦੇ ਆ ਜਿਹਦੀ ਵਜ੍ਹਾ ਤੋਂ ਬੱਕਰੀ ਦੇ ਐਕਸਪਾਇਰ ਹੋਣ ਦੇ ਚਾਂਸ ਵੱਧ ਜਾਂਦੇ ਆ। ਹਰ ਨਵਾਂ ਫਾਰਮਰ ਇਹ ਗਲਤੀ ਕਰ ਰਿਹਾ, ਮੁਸਲਸਲ ਕਰ ਰਿਹਾ। ਇਸ ਗਲਤੀ ਨੂੰ ਰੋਕਣ ਲਈ ਜਾਂ ਇਸ ਗਲਤੀ ਦਾ ਜਿਹੜਾ ਕੋਈ ਦੇਸੀ ਇਲਾਜ ਹੈ, ਮੈਂ ਉਹ ਅੱਜ ਵੀਰਾਂ ਨਾਲ ਸ਼ੇਅਰ ਕਰਾਂਗਾ, ਤਾਂ ਕਿ ਜਿਹੜੇ ਜਿੰਨੇ ਵੀ ਮੇਰੇ ਨਵੇਂ ਬੱਕਰੀ ਪਾਲ ਵੀਰ ਆ, ਉਹ ਇਸ ਵੀਡੀਓ ਤੋਂ ਫਾਇਦਾ ਹਾਸਲ ਕਰ ਸਕਣ, ਆਪਣੇ ਜਾਨਵਰ ਬਚਾ ਸਕਣ, ਐਕਸਪਾਇਰ ਨਾ ਹੋ ਸਕਣ। ਤੇ ਮੇਰੇ ਵੀਰੋ, ਜਦੋਂ ਵੀ ਕੋਈ ਵੀ ਬੰਦਾ, ਖਾ ਮੈਂ ਆ ਖਾ ਤੁਸੀਂ ਆ, ਜੋ ਵੀ ਆ, ਬੱਕਰੀ ਜਦੋਂ ਵੀ ਨਵੀਂ ਲੈ ਕੇ ਆਉਂਦੇ ਹਾਂ, ਸਾਨੂੰ ਇਸ ਗੱਲ ਦਾ ਸ਼ੌਕ ਹੁੰਦਾ ਵੀ ਅਸੀਂ ਬੱਕਰੀ ਨੂੰ ਉਹ ਵੀ ਚੀਜ਼ ਖਿਲਾਈਏ, ਆਹ ਵੀ ਚੀਜ਼ ਖਿਲਾਈਏ, ਆਹ ਵੀ ਚੀਜ਼ ਖਿਲਾਈਏ। ਹਾਲਾਂਕਿ ਬੱਕਰੀ ਹਰ ਚੀਜ਼ ਸ਼ੌਕ ਨਾਲ ਖਾਂਦੀ ਹੈ, ਲੇਕਿਨ ਸਾਨੂੰ ਇਹ ਸੋਚਣਾ ਚਾਹੀਦਾ ਵੀ ਜਿਹੜੀ ਚੀਜ਼ ਬੱਕਰੀ ਦੀ ਤਬੀਅਤ ਦੇ ਖਿਲਾਫ ਆ, ਸਾਨੂੰ ਬਿਲਕੁਲ ਨਹੀਂ, ਹਰਗਜ਼ ਨਹੀਂ ਦੇਣੀ ਚਾਹੀਦੀ। ਕਿਉਂ? ਜਦੋਂ ਵੀ ਅਸੀਂ ਤਬੀਅਤ ਦੇ ਅਗੇਂਸਟ ਜਾਵਾਂਗੇ, ਤਬੀਅਤ ਦੇ ਖਿਲਾਫ ਜਾਵਾਂਗੇ, ਇਨਸਾਨ ਤਰ੍ਹਾਂ ਹੀ ਹੈ ਵੀ ਕੋਈ ਚੀਜ਼ ਨਹੀਂ ਮਾਫਕ ਹੁੰਦੀ, ਲੇਕਿਨ ਜਦੋਂ ਅਸੀਂ ਖਾਂਦੇ ਉਹ ਸਾਡਾ ਨੁਕਸਾਨ ਕਰਦੀ ਹੈ, ਕਿਉਂਕਿ ਉਹ ਸਾਡੇ ਮਿਹਦੇ ਦੇ ਖਿਲਾਫ ਆ। ਇਸੇ ਤਰ੍ਹਾਂ ਬੱਕਰੀ ਹੈ, ਜਦੋਂ ਵੀ ਅਸੀਂ ਬੱਕਰੀ ਦੇ ਮਿਹਦੇ ਦੇ ਤਬੀਅਤ ਦੇ ਖਿਲਾਫ ਜਾਵਾਂਗੇ, ਅਸੀਂ ਨੁਕਸਾਨ ਹੀ ਉਠਾਵਾਂਗੇ। ਸਾਡੀਆਂ ਬੱਕਰੀਆਂ ਦੇ ਜਿਹੜੀ ਸ਼ਰਮ-ਮਵਾਤ ਆ ਉਹ ਵੱਧਦੀ ਜਾਣੀ ਆ। ਅਗਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ, ਛੋਟੀਆਂ ਛੋਟੀਆਂ ਇਹ ਗਲਤੀਆਂ ਨੂੰ ਆਪਣੀਆਂ ਨੂੰ ਨਾ ਸੁਧਾਰਿਆ, ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਤੋਂ ਨਾ ਛੱਡੀਆਂ, ਤੇ ਅਸੀਂ ਇੱਕ ਨੁਕਸਾਨ ਵਾਲੇ ਪਾਸੇ ਜਾਂਦੇ ਰਹਾਂਗੇ, ਨਾ ਕਿ ਅਸੀਂ ਫਾਇਦਾ ਹਾਸਲ ਕਰ ਸਕੀਏ। ਮੇਰੇ ਵੀਰੋ, ਤੁਸੀਂ ਵੀ ਅਕਸਰ ਹਰ ਬੰਦਾ ਇੱਦਾਂ ਹੀ ਕਰਦਾ, ਜਿਹੜਾ ਨਵਾਂ ਬੱਕਰੀ ਪਾਲ ਵੀਰ ਆ, ਵੀ ਖਰਚਾ ਘੱਟ ਹੋਵੇ ਤੇ ਪ੍ਰੋਫਿਟ ਜ਼ਿਆਦਾ ਹੋਵੇ। ਮੈਂ ਵੀ ਇਹ ਗੱਲ ਕਹਿੰਦਾ ਵੀ ਖਰਚਾ ਘੱਟ ਹੋਣਾ ਚਾਹੀਦਾ ਤੇ ਪ੍ਰੋਫਿਟ ਜ਼ਿਆਦਾ ਹੋਣਾ ਚਾਹੀਦਾ। ਵੀ ਜ਼ਾਹਰੀ ਗੱਲ ਆ, ਅਸੀਂ ਪ੍ਰੋਫਿਟ ਲਈ ਕੰਮ ਕਰਦੇ ਹਾਂ। ਅੱਛਾ, ਬੰਦੇ ਕੀ ਕਰਦੇ ਆ? ਬੰਦੇ ਕਰਦੇ ਆ ਜੀ, ਜਿਹੜੀਆਂ ਆਪਾਂ ਘਰ ਰੋਟੀਆਂ ਖਾਂਦੇ ਆ, ਰੋਟੀਆਂ ਭੇਨਣੀਆਂ, ਸ਼ਾਮ ਟਾਈਮ ਉਹਨਾਂ ਨੂੰ ਪਾਣੀ ਚੋਂ ਕੱਢ ਕੇ ਤੇ ਉਹ ਤੂੜੀ ਤੇ ਮਿਕਸ ਕਰਕੇ ਬੱਕਰੀਆਂ ਨੂੰ ਉਹ ਖਿਲਾ ਦੇਣੀ। ਜਦੋਂ ਬੱਕਰੀਆਂ ਨੂੰ ਉਹ ਖਿਲਾ ਦੇਣੀ, ਬੱਕਰੀਆਂ ਖਾਂਦੀਆਂ ਤਾਂ ਬਹੁਤ ਸ਼ੌਕ ਨਾਲ ਆ, ਲੇਕਿਨ ਉਹ ਬੱਕਰੀ ਦੀ ਤਬੀਅਤ ਦੇ ਖਿਲਾਫ ਆ। ਜਿੱਦਾਂ ਆਟਾ ਬੱਕਰੀ ਦੀ ਮਿਹਦੇ ਲਈ ਨਹੀਂ ਨਾ ਸੈੱਟ, ਇੱਦਾਂ ਹੀ ਰੋਟੀ ਵੀ ਮਿਹਦੇ ਦੇ ਲਈ ਨਹੀਂ ਸੈੱਟ। ਨਾ ਕੁਛ ਹੋਵੇ ਤੇ ਅੱਲਾ ਕਰੇ ਨਾ ਹੀ ਹੋਵੇ, ਲੇਕਿਨ ਹੈ ਬੱਕਰੀ ਦੀ ਤਬੀਅਤ ਦੇ ਖਿਲਾਫ ਆ। ਜਦੋਂ ਰੋਟੀ ਅਸੀਂ ਭਿਗੋ ਕੇ ਬੱਕਰੀ ਨੂੰ ਖਿਲਾਉਂਦੇ ਹਾਂ, ਬੱਕਰੀ ਸ਼ੌਕ ਨਾਲ ਤਾਂ ਖਾ ਲੈਂਦੀ ਹੈ, ਲੇਕਿਨ ਬੱਕਰੀ ਦੇ ਆਹਿਸਤਾ ਆਹਿਸਤਾ ਮਿਹਦੇ ਦੇ ਵਿੱਚ, ਉਹ ਆਂਤੜੀਆਂ ਦੇ ਵਿੱਚ ਜਿਹੜੇ ਮਿਹਦੇ ਦੇ ਕੰਡੇ ਹੁੰਦੇ ਆ, ਉਹਜਰੀ ਦੇ ਕੰਡੇ ਜਿਹੇ ਹੁੰਦੇ, ਤੁਸੀਂ ਵੀ ਕੁਰਬਾਨੀਆਂ ਤੇ ਦੇਖਿਆ ਹੋਣਾ, ਗੋਸ਼ਤ ਵੈਸੇ ਫੱਟਿਆਂ ਤੋਂ ਲੈ ਕੇ ਦੇਖਿਆ, ਤੇ ਤੁਸੀਂ ਵੀ ਉਹ ਦੇਖਿਆ ਹੋਣਾ ਵੀ ਕੰਡੇ ਜਿਹੇ ਹੁੰਦੇ ਆ ਉਹਜਰੀ ਦੇ। ਇਹ ਰੋਟੀ ਦੀ ਜਿਹੜੀ ਆ, ਗਿੱਲੀ ਹੋਈ ਰੋਟੀ ਜਾਂ ਆਟਾ, ਇਹ ਉਸ ਤਹਿ ਦੇ ਵਿੱਚ, ਕੰਡਿਆਂ ਦੇ ਵਿੱਚ ਇੱਦਾਂ ਕਰਕੇ ਫਸ ਜਾਂਦਾ, ਤੇ ਜਿਹਦੀ ਵਜ੍ਹਾ ਤੋਂ ਬੱਕਰੀ ਦਾ ਹਾਜ਼ਮਾ ਖਰਾਬ ਹੋ ਜਾਂਦਾ। ਆਹਿਸਤਾ 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 ਬੱਕਰੀ ਐਕਸਪਾਇਰੀ ਵੱਲ ਜਾ ਰਹੀ ਹੁੰਦੀ ਆ। ਤੇ ਮੇਰੇ ਵੀਰੋ, ਅਸੀਂ ਇਸ ਚੀਜ਼ ਨੂੰ ਇੱਕ ਤਾਂ ਖ਼ਤਮ ਕਰਨਾ ਵਾ। ਦੂਸਰੀ ਇਹ ਗੱਲ ਆ ਵੀ ਇਸ ਦਾ ਕੋਈ ਦੇਸੀ ਇਲਾਜ ਜਿਹੜਾ ਮੈਂ ਅੱਜ ਵੀਰਾਂ ਨਾਲ ਸ਼ੇਅਰ ਕਰਾਂਗਾ, ਵੀ ਉਹ ਚੀਜ਼ ਦੇਣ, ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਉਹ ਬੱਕਰੀ ਨੂੰ ਕੁਛ ਵੀ ਨਹੀਂ ਹੋਣ ਲੱਗਾ। ਬੱਕਰੀ ਤੰਦਰੁਸਤ, 1.5 ਤੋਂ 2 ਘੰਟੇ ਦੇ ਵਿੱਚ ਬੱਕਰੀ ਬਿਲਕੁਲ ਓਕੇ ਦੀ ਰਿਪੋਰਟ ਦਊਗੀ, ਬੱਕਰੀ ਖੁਸ਼ਹਾਲ ਹੋ ਜਾਊਗੀ। ਇਹ ਹੋ ਗਈ ਗਿੱਲੀ ਰੋਟੀ। ਫਿਰ ਕਈ ਲੋਕ ਇੱਦਾਂ ਦੇ ਆ, ਕਈ ਦੋਸਤ ਇੱਦਾਂ ਦੇ ਆ ਵੀ ਬੱਕਰੀਆਂ ਲਿਆਂਦੀਆਂ, ਦਾਣਿਆਂ ਦਾ ਥੈਲਾ ਮਤਲਬ ਰੱਖਿਆ ਬੱਕਰੀਆਂ ਦੇ ਕੋਲ ਆ, ਬੱਕਰੀਆਂ ਤੋਂ ਪਹੁੰਚ ਤੋਂ ਦੂਰ ਰੱਖਿਆ ਵਾ, ਤੇ ਬੱਕਰੀਆਂ ਨੂੰ ਰੂਟੀਨ ਨਾਲ ਸ਼ਾਮ ਨੂੰ ਪਾਉਂਦੇ ਆ ਜਾਂ ਸਵੇਰ ਨੂੰ ਪਾਉਂਦੇ ਆ। ਲੇਕਿਨ ਬਦਕਿਸਮਤੀ ਦੇ ਨਾਲ ਅਸੀਂ ਚਲੇ ਗਏ, ਬੱਕਰੀਆਂ ਨੇ ਉਹ ਦਾਣੇ ਖਾ ਲਏ। ਵੀ ਕਿਸੇ ਤਰੀਕੇ ਨਾਲ ਵੀ ਬੱਕਰੀਆਂ ਦਾ ਉਹ ਦਰਵਾਜ਼ਾ ਖੁੱਲ ਗਿਆ ਵਾੜੇ ਵਾਲਾ, ਤੇ ਬੱਕਰੀਆਂ ਉਸ ਥੈਲੇ ਨੂੰ ਚਾ ਕੇ ਲੱਗ ਗਈਆਂ, ਤੇ ਬੱਕਰੀਆਂ ਨੇ ਰੱਜ ਕੇ ਉਹ ਦਾਣੇ ਖਾ ਲਏ। ਜਦੋਂ ਰੱਜ ਕੇ ਦਾਣੇ ਖਾ ਲਏ, ਜ਼ਾਹਰੀ ਗੱਲ ਹੈ, ਜਦੋਂ ਇੱਕ ਜਾਨਵਰ ਨੂੰ ਤੁਸੀਂ ਰੂਟੀਨ ਨਾਲ ਵਧਾਓਗੇ, ਬਿਲਕੁਲ ਉਹਦਾ ਮਿਹਦਾ ਜਿਹੜਾ ਵਾ ਉਹ ਸੈੱਟ ਹੁੰਦਾ ਜਾਣਾ। ਅਗਰ ਅਸੀਂ ਯਕਦਮ ਕੋਈ ਚੀਜ਼ ਦਿੰਦੇ ਹਾਂ ਉਹਨੂੰ, ਤੇ ਉਹ ਬਿਲਕੁਲ ਜਕੜ ਹੋ ਜਾਣਾ, ਉਹ ਐਕਸਪਾਇਰੀ ਵਾਲੇ ਪਾਸੇ ਜਾਨਵਰ ਤੁਹਾਡਾ ਚਲਾ ਜਾਣਾ। ਅੱਛਾ, ਉਹ ਦਾਣੇ ਵੀ ਹੋ ਗਏ। ਫਿਰ ਇੱਕ ਹੋ ਗਈਆਂ ਰੋਟੀਆਂ, ਸੁੱਕੀਆਂ ਰੋਟੀਆਂ। ਅਕਸਰ ਘਰਾਂ ਦੇ ਵਿੱਚ ਤੁਸੀਂ ਵੀ ਦੇਖਿਆ, ਮੈਂ ਸਾਡੇ ਘਰ ਵੀ ਹੁੰਦਾ ਵੀ ਸੁੱਕੀਆਂ ਰੋਟੀਆਂ ਅਸੀਂ ਚੱਕ ਕੇ ਇੱਕ ਸਾਈਡ ਤੇ ਰੱਖ ਦਿੰਦੇ ਹਾਂ। ਲੇਕਿਨ ਇਹ ਫਾਰਮਰ ਹਜ਼ਰਾਤ ਜਿਹੜੇ ਆ, ਵੀ ਉਹ ਇਸ ਗੱਲ ਦਾ ਤਯਨ ਨਹੀਂ ਕਰਦੇ ਵੀ ਇਹ ਰੋਟੀ ਬੱਕਰੀ ਜੇ ਬਿਲਫਰਜ਼ ਖੋਲੀ ਗਈ ਜਾਂ ਵਾੜਾ ਖੁੱਲ ਗਿਆ, ਤੇ ਬੱਕਰੀ ਸੁੱਕੀ ਰੋਟੀ ਤੇ ਆ ਕੇ ਲੱਗੂਗੀ, ਬੱਕਰੀ ਰੋਟੀ ਖਾਊਗੀ, ਜਿਹਦੀ ਵਜ੍ਹਾ ਤੋਂ ਬੱਕਰੀ ਬਿਮਾਰ ਹੋ ਸਕਦੀ ਆ।
ਇਹ ਛੋਟੀਆਂ-ਛੋਟੀਆਂ ਗਲਤੀਆਂ ਮੈਂ ਤੁਹਾਨੂੰ ਅੱਗੇ ਦੱਸਿਆ ਇਹ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਕਿਉਂਕਿ ਫਾਰਮਿੰਗ ਦੇ ਵਿੱਚ ਜਦੋਂ ਵੀ ਬੱਚਾ ਜਾਂ ਬੱਕਰੀ ਐਕਸਪਾਇਰ ਹੁੰਦੀ ਤਾਂ ਸਾਡੀ ਆਪਣੀ ਗਲਤੀ ਦੀ ਵਜ੍ਹਾ ਤੋਂ ਹੁੰਦੀ, ਸਾਡੀ ਮਿਸਮੈਨੇਜਮੈਂਟ ਦੀ ਵਜ੍ਹਾ ਤੋਂ ਹੁੰਦੀ। ਹੋਰ ਬੱਕਰੀ ਤਾਂ ਅਸੀਂ ਕੋਈ ਦੋਸ਼ ਨਹੀਂ ਕਰ ਸਕਦੇ ਵੀ ਬੱਕਰੀ ਨੇ ਸਾਡੇ ਨਾਲ ਵਫਾ ਨਹੀਂ ਕੀਤੀ, ਸਾਡੀਆਂ ਆਪਣੀਆਂ ਗਲਤੀਆਂ, ਸਾਨੂੰ ਇਹ ਸੁਧਾਰਨੀਆਂ ਚਾਹੀਦੀਆਂ ਗਲਤੀਆਂ। ਜਦੋਂ ਵੀ ਫਾਰਮਿੰਗ ਕਰੋ ਇਹਨਾਂ ਗੱਲਾਂ ਚੀਜ਼ਾਂ ਦਾ ਵੀ ਰੋਟੀ ਇੱਕ ਤਾਂ ਕੋਲ ਨਹੀਂ ਹੋਣੀ ਚਾਹੀਦੀ ਬੱਕਰੀ ਦੇ, ਬੱਕਰੀ ਕੋਲ ਦਾਣੇ ਨਹੀਂ ਹੋਣੇ ਚਾਹੀਦੇ, ਬੱਕਰੀ ਦੇ ਕੋਲ ਸੁੱਕੀਆਂ ਰੋਟੀਆਂ ਨਹੀਂ ਹੋਣੀਆਂ ਚਾਹੀਦੀਆਂ, ਵੀ ਬੱਕਰੀ ਦੀ ਪਹੁੰਚ ਤੋਂ ਵੀ ਦੂਰ ਹੋਣ। ਬਿਲਫਰਜ਼ ਵਾੜਾ ਖੁੱਲ ਵੀ ਜਾਂਦਾ ਤਾਂ ਬੱਕਰੀਆਂ ਜਿਹੜੀਆਂ ਰੋਟੀਆਂ ਤੁਸੀਂ ਸਟੋਰ ਕਰਦੇ ਆ ਜਾਨਵਰਾਂ ਲਈ ਜਾਂ ਉੱਦਾਂ ਵੈਸੇ ਵੇਚਣ ਲਈ ਸਟੋਰ ਕਰ ਲਿਆ, ਉਹ ਥੋੜ੍ਹੀਆਂ ਉੱਚੀਆਂ ਰੱਖੋ ਤਾਂ ਕਿ ਬੱਕਰੀ ਦੀ ਪਹੁੰਚ ਤੋਂ ਦੂਰ ਰਹਿਣ। ਅੱਛਾ, ਹੁਣ ਇਹਨਾਂ ਦਾ ਇਲਾਜ ਕੀ ਕਰਨਾ ਕੀ ਚਾਹੀਦਾ? ਜ਼ਾਹਰੀ ਗੱਲ ਆ ਜਦੋਂ ਇੱਕ ਜਾਨਵਰ ਖਾ ਹੀ ਲੈਂਦਾ, ਦਾਣੇ ਪੇਟ ਭਰ ਕੇ ਬਿਲਫਰਜ਼ ਖਾ ਲੈਂਦਾ ਜਾਂ ਸੁੱਕੀਆਂ ਰੋਟੀਆਂ ਖਾ ਲੈਂਦਾ, ਤੇ ਫਿਰ ਮੇਰਾ ਵੀਰ ਉਹਨੂੰ ਇੱਕ ਬੰਨ ਪੈ ਜਾਂਦਾ। ਬੰਨ ਤੋਂ ਮੁਰਾਦ ਵੀ ਨਾ ਤਾਂ ਕੁਛ ਖਾਂਦੇ ਨਾ ਕੁਛ ਪੀਂਦੇ, ਪਾਣੀ ਬਹੁਤ ਪੀਂਦੇ। ਜਦੋਂ ਵੀ ਇਦਾਂ ਦਾ ਵਾਕਿਆ ਹੋ ਜਾਵੇ, ਬਿਲਫਰਜ਼ ਤੁਹਾਨੂੰ ਪਤਾ ਲੱਗ ਜਾਵੇ ਬੱਕਰੀ ਸਾਡੀ ਨੇ ਦਾਣੇ ਖਾ ਲਿਆ ਜਾਂ ਰੋਟੀਆਂ ਖਾ ਲਈਆਂ, ਤੇ ਤੁਸੀਂ ਫੌਰਨ ਪਾਣੀ ਵਾੜੇ ਚੋਂ ਚੱਕ ਦਿਓ, ਬੱਕਰੀ ਨੂੰ ਦਾਣਿਆਂ ਵਾਲੇ ਪਾਸੇ ਨਾ ਜਾਣ ਦਿਓ। ਅੱਛਾ, ਉਹ ਤਾਂ ਹੋ ਗਿਆ ਇੱਕ ਅਲੱਗ ਇਸ਼ੂ ਵੀ ਪਾਣੀ ਅਸੀਂ ਚੱਕ ਲੈਣਾ। ਹੁਣ ਸਾਨੂੰ ਕਰਨਾ ਕਿ ਬਿਲਫਰਜ਼ ਅਸੀਂ ਘਰ ਵੀ ਨਹੀਂ ਹੈਗੇ, ਸਾਨੂੰ ਪਤਾ ਦੇਰ ਨਾ ਲੱਗਾ ਵੀ ਬੱਕਰੀ ਨੇ ਦਾਣੇ ਵੀ ਖਾ ਲਿਆ ਤੇ ਰੱਜ ਕੇ ਪਾਣੀ ਵੀ ਪੀ ਲਿਆ ਵਾ, ਹੁਣ ਇਹਦਾ ਕੀ ਇਲਾਜ ਆ? ਮੇਰੇ ਵੀਰੋ, ਦੇਸੀ ਜਿਹਾ ਇਲਾਜ ਆ, ਸੌਖਾ ਜਿਹਾ ਇਲਾਜ ਆ, ਹਰ ਘਰ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਵਾ। ਜੇ ਘਰ ਚੀਜ਼ਾਂ ਨਹੀਂ ਵੀ ਹੁੰਦੀਆਂ ਤੇ ਫਾਰਮਿੰਗ ਦੇ ਲਿਹਾਜ਼ ਨਾਲ ਸਾਨੂੰ ਚੀਜ਼ਾਂ ਰੱਖਣੀਆਂ ਚਾਹੀਦੀਆਂ ਵਾੜੇ ਦੇ ਵਿੱਚ। ਇੱਕ ਟੂਲ ਕਿੱਟ ਹੋਣੀ ਚਾਹੀਦੀ ਜਿਹਦੇ ਵਿੱਚ ਇਹ ਚੀਜ਼ਾਂ ਸਾਡੀਆਂ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਬੱਕਰੀ ਨੇ ਗਿੱਲੀ ਚੂਰੀ ਖਾ ਕੇ ਜਿਹੜੀ ਤੁਸੀਂ ਮਿਕਸ ਕਰਕੇ ਦਿੱਤੀ ਆ ਤੂੜੀ ਦੀ ਸੂਰਤ ਦੇ ਵਿੱਚ, ਉਹ ਖਾ ਕੇ ਜਾਂ ਦਾਣੇ ਢਿੱਡ ਭਰ ਕੇ ਖਾ ਲਿਆ ਜਾਂ ਸੁੱਕੀਆਂ ਰੋਟੀਆਂ ਢਿੱਡ ਭਰ ਕੇ ਖਾ ਲਈਆਂ, ਤੇ ਫਿਰ ਅਸੀਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਹਰ ਘਰ ਦੇ ਵਿੱਚ ਸੌਂਫ ਹੁੰਦੀ ਆ, ਹਰ ਘਰ ਦੇ ਵਿੱਚ ਸੌਂਫ ਹੁੰਦੀ ਆ, ਸੌਂਫ ਦੀਆਂ 4 ਤੋਂ 5 ਚਮਚੀਆਂ ਲੈ ਲੈਣੀਆਂ, 1 ਗਲਾਸ ਪਾਣੀ ਦਾ ਲੈ ਲੈਣਾ। ਉਸ ਸੌਂਫ ਨੂੰ ਪਾਣੀ ਦੇ ਵਿੱਚ ਪਾ ਲੈਣਾ ਤੇ ਚੰਗੀ ਤਰ੍ਹਾਂ ਪਕਾਉਣਾ, ਮਤਲਬ ਕੋਈ 8-10 ਮਿੰਟ ਉਹਦੇ ਥੱਲੇ ਅੱਗ ਬਾਲਣੀ ਆ ਵੀ ਉਹ ਉਬਾਲੇ ਚੜੇ ਰਵੇ। ਜਦੋਂ ਉਬਾਲੇ ਚੜ ਗਏ, ਬਿਲਕੁਲ ਅੱਛੇ ਤਰੀਕੇ ਨਾਲ ਪੱਕ ਗਿਆ, ਕਾੜਾ ਬਣ ਗਿਆ ਮਤਲਬ ਕਹਿ ਲਓ, ਵੀ ਫਿਰ ਤੁਸੀਂ ਉਹਨੂੰ ਠੰਡਾ ਕਰ ਲੈਣਾ, ਪਾਣੀ ਨੂੰ, ਸੌਂਫ ਬਾਹਰ ਕੱਢ ਦੇਣੀ ਆ, ਤੇ ਜਿਹੜਾ ਸੌਂਫ ਵਾਲਾ ਪਾਣੀ ਆ ਉਹ ਬੱਕਰੀ ਨੂੰ ਤੁਸੀਂ ਸਿਰਿੰਜ ਨਾਲ ਪਿਲਾ ਦਿਓ ਜਾਂ ਬੋਤਲ ਨਾਲ ਪਿਲਾ ਦਿਓ, ਤੇ ਉਹ ਮਸਲਾ ਨਹੀਂ। ਬੱਕਰੀ ਨੂੰ ਕਿਸੇ ਤਰ੍ਹਾਂ ਵੀ ਬੱਕਰੀ ਨੂੰ ਪਿਲਾਓਗੇ ਨਾ, ਤੇ ਉਹਦਾ ਇਹ ਗੱਲ ਹੋਏਗੀ ਸੌਂਫ ਦੀ ਵਜ੍ਹਾ ਤੋਂ ਬੱਕਰੀ ਦਾ ਜਿਹੜਾ ਮਿਹਦਾ ਵਾ ਉਹਦੇ ਵਿੱਚ ਹੀਟ ਨਹੀਂ ਆਏਗੀ। ਜਦੋਂ ਹੀਟ ਨਹੀਂ ਆਏਗੀ ਤੇ ਬੱਕਰੀ ਦਾ ਜਿਹੜਾ ਮਿਹਦੇ ਦੇ ਵਿੱਚ ਗੈਸ ਨਹੀਂ ਬਣੇਗੀ, ਜਦੋਂ ਗੈਸ ਨਹੀਂ ਬਣੇਗੀ ਤੇ ਬੱਕਰੀ ਨੂੰ ਅਫਾਰਾ ਨਹੀਂ ਹੋਏਗਾ। ਇੱਕ ਗੱਲ ਹੋ ਗਈ। ਅੱਛਾ, ਇਹ ਦੇ ਦੇਣੀ ਅਸੀਂ, ਦੇ ਕੇ ਬੱਕਰੀ ਦਾ ਪਾਣੀ ਤੋਂ ਬੱਕਰੀ ਦੂਰ ਰੱਖਣੀ ਆ, ਤਸੱਲੀ ਰੱਖਣੀ ਆ, ਬੱਕਰੀ ਤਕਰੀਬਨ ਗੈਸ ਅਫਾਰਾ ਨਹੀਂ ਕਰੂਗੀ। ਅਫਾਰਾ ਉਦੋਂ ਹੀ ਹੁੰਦਾ ਜਦੋਂ ਬੱਕਰੀ ਦੇ ਮਿਹਦੇ 'ਚ ਗੈਸ ਬਣਦੀ ਹੈ, ਗੈਸ ਜਦੋਂ ਨਾ ਹੋਈ ਤਾਂ ਅਫਾਰਾ ਨਹੀਂ ਹੋਣਾ। ਫਿਰ ਅੱਧੇ ਘੰਟੇ ਬਾਅਦ ਜਾਂ 20 ਮਿੰਟਾਂ ਬਾਅਦ ਤੁਸੀਂ ਇਹ ਕੰਮ ਕਰਨਾ ਲਾਜ਼ਮੀ, ਵੀ 1 ਚਮਚ ਤੁਸੀਂ ਮਿੱਠਾ ਸੋਡਾ, 20 ਸੀਸੀ ਸਿਰਿੰਜ ਨਾਲ 20 ਸੀਸੀ ਸਰਸੋਂ ਦਾ ਤੇਲ ਲੈ ਲੈਣਾ, 20 ਦਾ ਭਾਵੇਂ 30 ਲੈ ਲਓ, ਸਰਸੋਂ ਦਾ ਤੇਲ ਲੈ ਲੈਣਾ, ਤੇ ਅੱਧਾ ਕੱਪ ਜਾਂ ਅੱਧੀ ਪਿਆਲੀ ਜਿਹੜੀ ਆ ਉਹ ਪਾਣੀ ਦੀ ਗਰਮ ਕਰ ਲੈਣੀ, ਨੀਮ ਗਰਮ ਪਾਣੀ ਕਰਕੇ। ਤਿੰਨੇ ਚੀਜ਼ਾਂ, ਇਹ ਪਾਣੀ, ਸਰਸੋਂ ਦਾ ਤੇਲ ਤੇ ਜਿਹੜਾ ਹੈਗਾ ਸੋਡਾ, ਇਹਨੂੰ ਮਿਕਸ ਕਰ ਲੈਣਾ। ਮਿਕਸ ਕਰਕੇ ਤੇ ਬੱਕਰੀ ਨੂੰ ਤੁਸੀਂ ਪਿਲਾ ਦੇਣਾ, ਬਿਲਕੁਲ ਅੱਛੇ ਤਰੀਕੇ ਨਾਲ ਬੱਕਰੀ ਨੂੰ ਪਿਲਾ ਕੇ, ਬੋਤਲ ਨਾਲ ਪਿਲਾ ਦਿਓ, ਸਿਰਿੰਜ ਨਾਲ ਪਿਲਾ ਦਿਓ, ਜਿੱਦਾਂ ਵੀ ਪਿਲਾ ਹੁੰਦਾ ਪਿਲਾ ਦਿਓ। ਜਦੋਂ ਤੁਸੀਂ ਬੱਕਰੀ ਨੂੰ ਪਿਲਾ ਦੋਗੇ, ਠੀਕ ਅੱਧੇ ਤੋਂ ਪੌਣੇ ਘੰਟੇ ਜਾਂ ਵੱਧ ਤੋਂ ਵੱਧ 1.5 ਘੰਟਾ ਤੁਸੀਂ ਇੰਤਜ਼ਾਰ ਕਰੋ, ਬੱਕਰੀ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਅਗਾਲੀ ਕਰਨ ਲੱਗ ਪਏਗੀ, ਤੇ ਜਿਹਦੀ ਵਜ੍ਹਾ ਤੋਂ ਬੱਕਰੀ ਤੁਹਾਡੀ ਬਿਲਕੁਲ ਠੀਕ ਹੋ ਜਾਊਗੀ। ਅੱਛਾ, ਬੱਕਰੀ ਨੇ ਅਗਾਲੀ ਕਰਨ ਲੱਗ ਪੈਣਾ, ਫਿਰ ਉਹਦਾ ਮਤਲਬ ਇਹ ਨਹੀਂ ਵੀ ਬੱਕਰੀ ਤੰਦਰੁਸਤ ਹੋ ਗਈ ਹੈ, ਸੈੱਟ ਹੋ ਗਈ ਹੈ। ਤੁਸੀਂ ਫਿਰ ਇਹ ਕੀ ਕਰਨਾ, ਕੰਮ ਕਰਨਾ, ਤੁਸੀਂ ਬੱਕਰੀ ਨੂੰ ਚਾਰਾ ਨਹੀਂ ਦੇਣਾ, ਕਮ ਅਜ਼ ਕਮ ਬੱਕਰੀ ਨੂੰ 24 ਘੰਟੇ ਤੁਸੀਂ ਚਾਰਾ ਨਹੀਂ ਦੇਣਾ। ਬੱਕਰੀ ਅਗਾਲੀ ਬਸ ਕੱਲੀ ਕਰੀ ਜਾਵੇ, ਬੱਕਰੀ ਨੂੰ ਫਿਰ ਮੋਸ਼ਨ ਲੱਗ ਜਾਣਗੇ। ਜਿੰਨਾ ਚਿਰ ਬੱਕਰੀ ਨੂੰ ਮੋਸ਼ਨ ਨਾ ਲੱਗੇ ਉਹਨਾਂ ਚਿਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਾਡੀ ਬੱਕਰੀ ਸੈੱਟ ਆ। ਬੱਕਰੀ ਨੂੰ ਜਦੋਂ ਮੋਸ਼ਨ ਲੱਗ ਗਏ ਜਾਂ ਬੱਕਰੀ ਫੋਸੀਆਂ ਕਰਨ ਲੱਗ ਪਈ,
ਮੇਂਗਣਾ ਨਾ ਕੀਤੀਆਂ, ਫੋਸੀਆਂ ਕਰਨ ਲੱਗ ਪਏ ਤੇ ਸਮਝ ਲਓ ਤੁਹਾਡੀ ਬੱਕਰੀ ਬਿਲਕੁਲ ਤੰਦਰੁਸਤ ਆ। ਤੁਹਾਡੀ ਬੱਕਰੀ ਨੂੰ ਕੋਈ ਮਸਲਾ ਨਹੀਂ, ਮਿਹਦਾ ਤੁਹਾਡੀ ਬੱਕਰੀ ਦਾ ਬੰਦ ਨਹੀਂ ਹੋਇਆ। ਅੱਛਾ, ਇਹ ਹੋ ਗਿਆ ਇੱਕ ਇਲਾਜ ਦੇਸੀ। ਜਿਹੜੇ ਮੇਰੇ ਵੀਰਾਂ ਨੂੰ ਇਹ ਚੰਗਾ ਲੱਗਦਾ ਇਹ ਕਰ ਲਵੇ, ਅਗਰ ਨਹੀਂ ਚੰਗਾ ਲੱਗਦਾ ਤਾਂ ਮੈਂ ਇੱਕ ਹੋਰ ਦੇਸੀ ਜਾਂ ਸੌਖਾ ਜਿਹਾ ਤਰੀਕਾ ਕੁਲੀਆ ਦੱਸ ਦਿੰਦਾ। ਹਰ ਘਰ ਖਰਬੂਜ਼ਿਆਂ ਦੇ ਛਿਲਕੇ ਹੁੰਦੇ, ਕਿਸੇ ਘਰ ਹੁੰਦੇ ਤੇ ਕਿਸੇ ਘਰ ਨਹੀਂ ਹੁੰਦੇ। ਜਿਹੜੇ ਮਾਲ ਮਵੇਸ਼ੀ ਵਾਲੇ ਬੰਦੇ ਆ, ਫਾਰਮਰ ਆ, ਉਹ ਲਾਜ਼ਮੀ ਇਸ ਗੱਲ ਨੂੰ ਤਸਲੀਮ ਕਰਦੇ ਆ, ਉਹ ਖਰਬੂਜ਼ਿਆਂ ਦੇ ਛਿਲਕੇ ਲਾਜ਼ਮੀ ਰੱਖਦੇ ਆ ਘਰਾਂ ਦੇ ਵਿੱਚ, ਸੁੱਕੇ ਹੋਏ, ਮਤਲਬ ਪਿਛਲੇ ਸਾਲ ਵਾਲੇ ਵੀ ਪਏ ਹੁੰਦੇ ਆ। ਉਹ ਤੁਸੀਂ ਇੱਕ ਮੁੱਠ ਇਦਾਂ ਕਰਕੇ ਇੱਕ ਮੁੱਠ ਲੈ ਲੈਣੀ ਖਰਬੂਜ਼ਿਆਂ ਦੇ ਛਿਲਕਿਆਂ ਦੀ, ਵਿੱਚ ਹੀ ਬੀ ਹੋਣੇ ਆ। ਤੁਸੀਂ ਪਾਣੀ ਦੇ ਵਿੱਚ ਪਕਾਓ, ਚੰਗੀ ਤਰ੍ਹਾਂ ਪਕਾਓ। 1 ਕਿਲੋ ਪਾਣੀ ਲੈ ਲਓ ਤੇ ਵਿੱਚ ਇੱਕ ਮੁੱਠ ਇਦਾਂ ਕਰਕੇ ਉਹ ਪਾ ਲਓ ਤੇ ਅੱਛੀ ਤਰ੍ਹਾਂ ਪਕਾਈ ਜਾਓ ਪਕਾਈ ਜਾਓ। ਜਦੋਂ 1 ਗਲਾਸ ਪਾਣੀ ਦਾ ਰਹਿ ਜਾਵੇ ਤਾਂ ਤੁਸੀਂ ਉਹਨੂੰ ਉਤਾਰ ਲਓ। ਜਦੋਂ ਉਤਾਰੋਗੇ ਤੇ ਫਿਰ ਉਹਦੇ ਵਿੱਚ ਉਹਨੂੰ ਠੰਡਾ ਕਰ ਲਓ। ਠੰਡਾ ਕਰਕੇ ਤੇ ਉਹਦੇ ਜਿਹੜੇ ਛਿਲਕੇ ਆ ਜਾਂ ਬੀ ਆ ਉਹਨੂੰ ਚੰਗੀ ਤਰ੍ਹਾਂ ਮਸਲ ਲਓ। ਮਸਲ ਕੇ ਤੇ ਉਹਦੇ ਵਿੱਚ 1 ਚਮਚੀ ਨਮਕ ਦੀ ਪਾ ਲਓ। ਨਮਕ ਦੀ ਪਾ ਕੇ ਤੇ ਉਹ ਬੱਕਰੀ ਨੂੰ ਦੇ ਦਿਓ ਠੰਡਾ ਕਰਕੇ, ਜਿਹਦੀ ਵਜ੍ਹਾ ਤੋਂ ਬਿਲਕੁਲ ਬੱਕਰੀ ਅੰਦਰ ਪੇਟ ਸਾਫ਼ ਕਰ ਜੂਗੀ। ਉਹਨੂੰ ਜੇ ਮੋਸ਼ਨ ਨਹੀਂ ਵੀ ਲੱਗੇ ਤੇ ਤਾਂ ਵੀ ਲੱਗ ਜਾਣਗੇ, ਜਿਹਦੀ ਵਜ੍ਹਾ ਤੋਂ ਬੱਕਰੀ ਬਿਲਕੁਲ ਤੰਦਰੁਸਤ ਹੋ ਜੂਗੀ। ਤੇ ਜਿਹੜੇ ਮੇਰੇ ਵੀਰ ਨਵੇਂ ਬੱਕਰੀ ਪਾਲ ਵੀਰ ਆ, ਇਹ ਅੱਜ ਵੀਡੀਓ ਉਹਨਾਂ ਲਈ ਆ, ਕਿਉਂਕਿ ਇਹ ਉਹ ਬਿਮਾਰੀਆਂ ਜਿਹੜੀਆਂ, ਇਹ ਉਹ ਗਲਤੀਆਂ ਜਿਹੜੀਆਂ ਅਸੀਂ ਖੁਦ ਕਰਦੇ ਹਾਂ ਤੇ ਸਾਨੂੰ ਫਿਰ ਸੁਧਾਰਨੀਆਂ ਵੀ ਖੁਦ ਹੀ ਚਾਹੀਦੀਆਂ, ਜਿਹਦੀ ਵਜ੍ਹਾ ਤੋਂ ਸਾਡਾ ਨੁਕਸਾਨ ਹੁੰਦਾ। ਅਸੀਂ ਇਸ ਵੀਡੀਓ ਨੂੰ ਦੇਖੀਏ ਤੇ ਦੇਖ ਕੇ ਤੇ ਅਸੀਂ ਇਹਨੂੰ ਭਾਵੇਂ ਸੇਵ ਕਰ ਲਓ ਤੇ ਭਾਵੇਂ ਕੁਲੀਏ ਤੁਸੀਂ ਲਿਖ ਲਵੋ, ਲਿਖ ਕੇ ਤੇ ਫਿਰ ਇਹਨੂੰ ਅਪਲਾਈ ਕਰੋ। ਅੱਲਾ ਨਾ ਕਰੇ ਤੁਹਾਨੂੰ ਵੀ ਇਹ ਕੋਈ ਮਸਲਾ ਬਣਿਆ ਹੋਵੇ, ਲੇਕਿਨ ਮੈਂ ਜਿਸ ਗੱਲ ਦੇ ਮੈਨੂੰ ਫੋਨ ਬਹੁਤੇ ਆਏ ਤੇ ਮੈਂ ਕਿਹਾ ਵੀਰਾਂ ਨਾਲ ਵੀ ਸ਼ੇਅਰ ਕਰਾਂ, ਇਹ ਵੀਡੀਓ ਇੱਕ ਬਣਾਵਾਂ ਤਾਂ ਕਿ ਹਰ ਬੰਦਾ ਇਹ ਤੋਂ ਫਾਇਦਾ ਹਾਸਲ ਕਰ ਸਕੇ। ਤੇ ਦੂਸਰੀ ਗੱਲ, ਇਹੀ ਨੁਸਖਾ ਸਰਸੋਂ ਦਾ ਤੇਲ ਤੇ ਗਰਮ ਪਾਣੀ, ਇਹ ਇੱਕ ਤਾਂ ਜਿਹੜਾ ਅਫਾਰਾ ਹੋ ਜਾਂਦਾ ਦਾਣੇ ਖਾ ਕੇ ਜਾਂ ਸੁੱਕੀਆਂ ਰੋਟੀਆਂ ਖਾ ਕੇ ਜਾਂ ਗਿੱਲੀਆਂ ਰੋਟੀਆਂ ਖਾ ਕੇ, ਤੇ ਇੱਕ ਅਫਾਰਾ ਉੱਦਾਂ ਹੀ ਹੋ ਜਾਂਦਾ ਵੀ ਬੱਕਰੀਆਂ ਪੱਠੇ ਖਾ ਕੇ ਹਟਦੀਆਂ, ਠੀਕ ਅੱਧੇ ਘੰਟੇ ਬਾਅਦ ਬੱਕਰੀਆਂ ਦੇ ਪੇਟ ਫੁੱਲ ਜਾਂਦੇ ਆ, ਹਵਾ ਹੋ ਜਾਂਦੀ ਆ, ਅਫਾਰਾ ਹੋ ਜਾਂਦਾ ਜਿਹਨੂੰ ਕਹਿੰਦਾ। ਉਹਦੇ ਲਈ ਵੀ ਇਹੀ ਹੱਲ ਆ ਵੀ ਤੁਸੀਂ ਸਰਸੋਂ ਦਾ ਤੇਲ ਲੈ ਲਓ 20 ਸੀਸੀ ਜਾਂ 30 ਸੀਸੀ ਤੇ ਅੱਧਾ ਕੱਪ ਪਾਣੀ ਦਾ ਨੀਮ ਗਰਮ ਜਿਹਾ ਲੈ ਲਓ, ਵਿੱਚ 1 ਚਮਚੀ ਨਮਕ ਦੀ ਪਾ ਲਓ, ਪਾ ਕੇ ਤੇ ਬੱਕਰੀ ਨੂੰ ਦੇ ਦਿਓ, ਉਹਦੇ ਨਾਲ ਵੀ ਅਫਾਰਾ ਖਤਮ ਹੋ ਜਾਂਦਾ। ਇਹ ਉਹ ਬਿਮਾਰੀਆਂ ਜਿਹੜੀਆਂ ਕਹਿ ਲਓ ਵੀ ਆਪਣੇ ਆਮ ਰੋਜ਼ਮਰਾ ਦੇ ਵਿੱਚ ਰੂਟੀਨ ਦੇ ਵਿੱਚ ਚੱਲਦੀਆਂ, ਇਹ ਸਾਨੂੰ ਸਿੱਖਣੀਆਂ ਚਾਹੀਦੀਆਂ, ਸਾਨੂੰ ਇਹ ਕੰਮ ਕਰਨੇ ਚਾਹੀਦੇ ਤਾਂ ਕਿ ਸਾਨੂੰ ਪਰੇਸ਼ਾਨੀ ਨਾ ਬਾਇਸ ਨਾ ਬਣੀਏ। ਅਸੀਂ ਜਦੋਂ ਬੱਕਰੀ ਨੂੰ ਫਾਰਾ ਹੋ ਜਾਵੇ ਅਸੀਂ ਲੋਕਾਂ ਨਾਲ ਨਾ ਭੱਜੀਏ ਵੀ ਫੋਨ ਕਰਕੇ ਉਹਨੂੰ ਪੁੱਛ। ਤੇ ਇਹ ਲਾਜ਼ਮੀ ਤੁਸੀਂ ਕੰਮ ਕਰੋ। ਵੀਡੀਓ ਚੰਗੀ ਲੱਗੇ ਲਾਈਕ ਕਰੋ ਤੇ ਸ਼ੇਅਰ ਕਰਿਆ ਕਰੋ। ਜਿਸ ਮੇਰੇ ਵੀਰ ਨੇ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਵੀਰਾਂ ਤਾਈਂ ਪਹੁੰਚਦੀ ਰਹੇ।